महला पहला। लख नेकिया चंगियाईया, लख पुन्ना परवान। लख तप उपर तीरथा, सहज जोग बेबान। लख सूरतन संग्राम, रण मह छुटे प्राण। लख सुरती लख ज्ञान ध्यान, पढ़िए पाठ पुराण। जिन करता करुणा किया, लिखिया आवण जानु। नानक मति मिथ्या, कर्म सच्चा निशानु। वाहिगुरु जी का खालसा, वाहिगुरु जी की फतेह। परम सन्मानयोग जुगो जुग अटल चवर छत्र तख्त दे मालक धन धन श्री गुरु ग्रंथ साहिब जी महाराज, तिन्हां दी पावन पवित्र हजूरी दे अंदर शरीर करके सुभाएमान ਅਤੇ ਜਿੱਥੋਂ ਕਿਤੋਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਮਾਈ ਭਾਈ ਗੁਰੂ ਚਰਨਾਂ ਦੇ ਨਾਲ ਪ੍ਰੀਤ ਜੋੜਨ ਵਾਲਾ, ਗੁਰੂ ਕਿਰਪਾ ਦੇ ਸਦਕਾ ਸ਼ਬਦ ਦੀ ਵਿਚਾਰ ਦੇ ਨਾਲ ਰੋਜ਼ਾਨਾ ਜੁੜਨ ਦਾ ਉਪਰਾਲਾ ਕਰ ਰਿਹਾ ਹੈ। ਆਪ ਸਭਨਾਂ ਦਾ ਗੁਰੂ ਕਿਰਪਾ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਜੁੜਿਆ ਮੁਬਾਰਕ। ਗੁਰਦੇਵ ਪਿਤਾ ਜੀ ਸਭਨਾਂ ਦਾ ਸੁਣਿਆ ਗਾਵਿਆ ਪੜ੍ਹਿਆ ਵਿਚਾਰਿਆ ਥਾਏ ਪਾਵਨ ਸਾਡੇ ਹਿਰਦਿਆਂ ਤੇ ਇਹ ਵਿਚਾਰ ਵਸ ਜਾਵੇ ਤੇ ਪਿਆਰਿਓ ਸਾਡਾ ਜੀਵਨ ਇਸ ਵਿਚਾਰ ਦੇ ਅਨੁਸਾਰ ਹੋ ਜਾਵੇ ਤੇ ਇਹੋ ਗੁਰੂ ਦੀ ਬਖਸ਼ਿਸ਼ ਹੈ। आप सबना ने बड़ा प्यार बड़ी असीस बख्शी है ते साहिबा ने बड़ी कृपा कीती है। जो विचार करदियां लड़ीवार चल रही विचार दी आपां 8वीं पौड़ी तक पुजे हाँ, जिस दा पहला श्लोक जो विचार अधीन आपां पिछले समय दे अंदर विचारिया है गुरु प्यारिओ, ਤੇ दूसरा श्लोक ਇਹ ਵੀ ਧੰਨ श्री गुरु नानक पातशाह जी ਦੇ पावन मुख ਤੋਂ ਉਚਾਰਨ ਕੀਤਾ ਹੋਇਆ ਤੇ ਆਪ ਸਰਬੱਤ ਸੰਗਤ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਲੜੀਵਾਰ ਵਿਚਾਰ ਦੀ ਆਰੰਭਤਾ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਪਿਆਰ ਸਹਿਤ ਸਤਕਾਰ ਸਹਿਤ ਅਦਬ ਦੇ ਨਾਲ ਲਵਾਓ ਹਾਜ਼ਰੀ ਦਾਸਰੇ ਦੀ ਤੇ ਆਪਣੀ ਪਿਆਰ ਦਾ ਸਬੂਤ ਦੇਈਏ। ਗੁਰੂ ਚਰਨਾਂ ਵਿੱਚ ਚਿੱਤ ਜੋੜਨ ਦਾ ਯਤਨ ਕਰੀਏ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। लख नेकिया चंगियाईया, लख पुन्ना परवान। लख तप उपर तीरथा, सहज जोग बेबान। गुरु प्यारी साध संगत जीओ, विचार दी लड़ी नूं जोड़न दे वास्ते
ਆਪਾਂ ਪਹਿਲਾਂ ਇਸ ਗੱਲ ਦੀ ਵਿਚਾਰ ਕਰ ਲਈਏ ਕਿ ਜਿੱਥੋਂ ਆਪਾਂ ਪਿਛਲੇ ਸ਼ਲੋਕ ਦੀ ਵਿਚਾਰ ਨੂੰ ਮੁਕੰਮਲ ਕਰਕੇ ਤੇ ਅਖੀਰਲੀ ਪੰਕਤੀ ਤੇ ਆਪਾਂ ਛੱਡਿਆ ਸੀ। ਹਜ਼ੂਰ ਨੇ ਬਚਨ ਕੀਤਾ ਪਿਛਲੇ ਸ਼ਲੋਕ ਦੇ ਅੰਦਰ, ਕਹਿੰਦੇ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਸੱਚੇ ਨਾਮ ਦੀ ਕਮਾਈ ਤੋਂ ਬਿਨਾ ਜੀਵਨ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਆ ਬਾਹਰ ਦਾ ਲਗਾਇਆ ਹੋਇਆ ਟਿੱਕਾ ਮਸਤਕ ਤੇ ਗਲ ਦੇ ਵਿੱਚ ਪਾਇਆ ਹੋਇਆ ਜਨੇਊ, ਜੇ ਤੇਰੇ ਜੀਵਨ ਨੂੰ ਕੋਈ ਸੇਧ ਨਹੀਂ ਦਿੰਦਾ, ਜੇ ਤੇਰੇ ਜੀਵਨ ਦਾ ਆਚਰਣ ਉੱਚਾ ਨਹੀਂ ਹੁੰਦਾ, ਜੇ ਤੇਰੇ ਚਿੱਤ ਦੇ ਅੰਦਰ ਅਕਾਲ ਪੁਰਖ ਦੀ ਯਾਦ ਨਹੀਂ ਵਸਦੀ, ਤੇ ਕਹਿੰਦੇ ਕਿਆ ਟਿੱਕਾ ਕਿਆ ਤਗ, ਭਾਵੇਂ ਵਿਅਰਥ ਆ ਸਾਰਾ ਕੁਝ। ਇਸੇ ਗੱਲ ਨੂੰ ਅੱਜ ਦੇ ਸ਼ਲੋਕ ਦੇ ਅੰਦਰ ਸਾਹਿਬ ਜੀ ਖੋਲ ਕੇ ਵਿਸਥਾਰ ਦੇ ਨਾਲ ਸਮਝਾਉਣ ਦਾ ਉਪਰਾਲਾ ਉਦਮ ਕਰਦੇ ਆ। ਕਹਿੰਦੇ ਕਿਸ ਪ੍ਰਕਾਰ ਇਹ ਜਿਹੜਾ ਟਿੱਕਾ, ਇਹ ਜਿਹੜਾ ਤਗ ਗਲ ਦੇ ਵਿੱਚ ਪਾਇਆ, ਇਹ ਜਿਹੜਾ ਜਨੇਊ ਪਾਇਆ ਹੈ, ਇਹ ਕਿਸ ਪ੍ਰਕਾਰ ਵਿਅਰਥ ਹੈ। ਕਹਿੰਦੇ ਕੇਵਲ ਫਿਰ ਇਹੋ ਹੀ ਵਿਅਰਥ ਨਹੀਂ, ਹੋਰ ਵੀ ਕਈ ਚੀਜ਼ਾਂ ਨੇ ਜੀਵਨ ਦੇ ਅੰਦਰ ਜਿਹੜੀ ਮਨੁੱਖ ਭੋਲੇ ਭਾਅ ਦੇ ਅੰਦਰ, ਭੋਲਾ ਭਾਅ ਆਪਾਂ ਇਸ ਤਰ੍ਹਾਂ ਕਹਿ ਲਈਏ, ਇੱਕ ਤੇ ਵਾਕਈ ਹੀ ਭੋਲਾ ਹੋਣਾ ਹੈ, ਇੱਕ ਆਪਣੀਆਂ ਚਤੁਰਾਈਆਂ ਦੇ ਵਿੱਚ ਆਪਣੇ ਆਪ ਨੂੰ ਬਹੁਤ ਜ਼ਿਆਦਾ ਭੋਲਾ ਸਮਝਣਾ, ਭਾਵ ਦਿਖਾਵਾ ਭੋਲੇ ਹੋਣ ਦਾ ਕਰਨਾ, ਪਰ ਅੰਦਰ ਜਿਹੜੀਆਂ ਉਹ ਚਲਾਕੀਆਂ ਚਤੁਰਾਈਆਂ ਖੇਡਣੀਆਂ। ਅੱਜ ਗੁਰਦੇਵ ਜੀ ਇਹੋ ਗੱਲ ਸਮਝਾਉਂਦੇ, ਕਹਿੰਦੇ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਕਹਿੰਦੇ ਸੰਸਾਰ ਤੇ ਕੀਤੀਆਂ ਹੋਈਆਂ ਲੱਖਾਂ ਤਰ੍ਹਾਂ ਦੀਆਂ ਨੇਕੀਆਂ ਤੇ ਚੰਗਿਆਈਆਂ ਵੀ, ਜਿਨ੍ਹਾਂ ਨੂੰ ਆਪਾਂ ਸੰਸਾਰਕ ਤੌਰ ਤੇ ਚੰਗਿਆਈ ਕਹਿ ਸਕਦੇ ਹਾਂ, ਹੋ ਸਕਦਾ ਅੰਦਰੋਂ ਭਾਵੇਂ ਉਹ ਚੰਗਿਆਈ ਨਾ ਹੋਵੇ, ਅੰਦਰ ਮਨੁੱਖ ਦੀ ਮਨਸ਼ਾ ਕੋਈ ਹੋਰ ਹੋਵੇ ਤੇ ਬਾਹਰੋਂ ਕਾਰਜ ਜਿਹੜਾ ਉਹ ਦਿਖਾਵੇ ਮਾਤਰ। ਜਿਵੇਂ ਮੰਨ ਲਓ ਕਿ 4 ਜੀ ਖੜੇ ਨੇ ਸਾਡੇ ਕੋਲ, ਸਾਡੇ ਸਾਹਮਣੇ, ਉਹਨਾਂ ਨੂੰ ਦਿਖਾਉਣ ਵਾਸਤੇ ਅਸੀਂ ਜੇ 10 ਰੁਪਏ ਦਾਨ ਕਰਨੇ ਨੇ ਤੇ ਉਹਨਾਂ ਨੂੰ ਦਿਖਾਉਣ ਵਾਸਤੇ ਭਾਈ ਮੈਂ 100 ਰੁਪਇਆ ਦਾਨ ਕਰਾਂਗਾ। ਹੁਣ ਅੰਦਰ ਦੀ ਮਨਸ਼ਾ ਤੇ ਦਾਨ ਕਰਨ ਦੀ ਨਹੀਂ, ਜਾਂ ਕਿਸੇ ਤੇ ਦਇਆ ਕਰਕੇ ਉਹ 100 ਰੁਪਇਆ ਨਹੀਂ ਦਿੱਤਾ, ਉਹ 100 ਰੁਪਇਆ ਪਿਆਰਿਓ ਤਾਂ ਦਿੱਤਾ ਆਪਣੀ ਹਉਮੈ ਦਾ ਵਡਾਵਾ ਕਰਨ ਵਾਸਤੇ, ਆਪਣਾ ਮਾਣ ਵਧਾਉਣ ਵਾਸਤੇ। ਹੁਣ ਅੰਦਰ ਦੀ ਮਨਸ਼ਾ, ਅੰਦਰ ਦੀ ਦਸ਼ਾ ਹੋ ਰਿਹਾ। ਸਾਹਿਬ ਕਹਿੰਦੇ ਇਸੇ ਤਰ੍ਹਾਂ ਇਹ ਗੱਲਾਂ ਪ੍ਰਵਾਨ ਨਹੀਂ ਹੁੰਦੀਆਂ ਤੇ ਹੋਰ ਵੀ ਗੱਲਾਂ ਨੇ ਅੱਗੇ। ਕਹਿੰਦੇ ਲੱਖ ਪੁੰਨਾ ਪ੍ਰਵਾਨ। ਸੰਸਾਰ ਦੀ ਨਜ਼ਰ ਦੇ ਵਿੱਚ ਜਿਹੜੇ ਪੁੰਨ ਕੰਮ ਪ੍ਰਵਾਨ ਕੀਤੇ ਗਏ ਨੇ, ਉਹ ਲੱਖਾਂ ਤਰ੍ਹਾਂ ਦੇ ਪੁੰਨਾਂ ਦੇ ਪੁੰਨ ਦੇ ਕਾਰਜ ਵੀ ਕਰਨੇ। ਕਹਿੰਦੇ ਲੱਖ ਤਪ ਉੱਪਰ ਤੀਰਥਾਂ, ਫਿਰ ਲੱਖਾਂ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ, ਲੱਖ ਲੱਖ ਵਾਰੀ ਗੇੜਾ ਜਾ ਜਾ ਕੇ ਤੇ ਤਪ ਕਰਨੇ, ਉੱਥੇ ਜਾ ਕੇ ਤੀਰਥ ਸਥਾਨਾਂ ਤੇ ਜਾ ਕੇ ਕਈ ਕਈ ਹਜ਼ਾਰਾਂ ਸਾਲ ਦੇ ਜਿਹੜੀ ਜੋਗੀਆਂ ਦੀ ਉਹ ਸਾਧਨਾ ਹੁੰਦੀ ਆ, ਜਾਂ ਅਸੀਂ ਵੀ ਕਈ ਸਾਡੇ ਵਿੱਚੋਂ ਵੀ ਚਲੀਏ ਕੱਟਦੇ ਆ, ਜਾਂ ਕਈ ਤਰ੍ਹਾਂ ਦੇ ਤਪ ਕਰਦੇ ਆ ਜਾ ਕੇ। ਹਜ਼ੂਰ ਕਹਿੰਦੇ ਲੱਖ ਤਪ ਉੱਪਰ ਤੀਰਥਾਂ, ਸਹਿਜ ਜੋਗ ਬੇਬਾਨ। ਇਹ ਜੋਗ ਮਤ ਦੇ ਜਿਹੜੇ ਉਹ ਕਾਰਜ ਨੇ। ਸਹਿਜ ਕਹਿੰਦੇ ਜੀ ਸਹਿਜ ਅਵਸਥਾ ਦੇ ਵਿੱਚ ਆ ਜਾਣਾ, ਆਪਣੀਆਂ ਇੰਦਰੀਆਂ ਨੂੰ ਰੋਕ ਲੈਣਾ। ਜੋਗ ਮਤ ਦੀ ਸਾਧਨਾ ਹੈ, ਉਹਨਾਂ ਦੇ 7 ਮਾਰਗਾਂ ਦੇ ਅਨੁਸਾਰ 7 ਤਰੀਕੇ ਦੇ ਯੋਗ ਸਾਧਨ ਹੁੰਦੇ ਨੇ, ਜਿਨ੍ਹਾਂ ਦੇ ਵਿੱਚ ਜਮ, ਨਿਯਮ, ਵਿਆਯਾਮ, ਇਸ ਤਰ੍ਹਾਂ ਦੇ ਜਿਹੜੇ ਉਹ 7 ਕਾਰਜ ਮੰਨੇ ਜਾਂਦੇ ਆ। ਇਹਨਾਂ 7 ਦੇ ਨਾਲ, ਕਈ ਆਸਣਾਂ ਦੇ ਤਰੀਕਿਆਂ ਦੇ ਨਾਲ, ਤੇ ਆਪਣੇ ਵਿਚਾਰਾਂ ਨੂੰ ਰੋਕਣਾ, ਮਨ ਨੂੰ ਸੁੰਨ ਅਵਸਥਾ ਦੇ ਵਿੱਚ ਲੈ ਕੇ ਜਾਣਾ, ਕਹਿੰਦੇ ਇਹ ਯੋਗ ਦਾ ਸਾਧਨ ਹੈ। ਬੇਬਾਨ ਕਹਿੰਦੇ ਜੰਗਲਾਂ ਦੇ ਵਿੱਚ ਜਾ ਕੇ। ਹਜ਼ੂਰ ਕਹਿੰਦੇ ਲੱਖਾਂ ਤਰ੍ਹਾਂ ਦੀਆਂ ਨੇਕੀਆਂ ਕਮਾ ਲਈਆਂ ਜੀਵਨ ਦੇ ਅੰਦਰ, ਲੱਖਾਂ ਤਰ੍ਹਾਂ ਦੀਆਂ ਚੰਗਿਆਈਆਂ ਕਰ ਲਈਆਂ ਜਿਨ੍ਹਾਂ ਨੂੰ ਸੰਸਾਰ ਚੰਗਿਆਈ ਮੰਨਦਾ ਹੈ। ਲੱਖਾਂ ਤਰ੍ਹਾਂ ਦੇ ਉਹ ਪੁੰਨ ਵੀ ਕਮਾ ਲਏ ਜਿਹੜੇ ਸੰਸਾਰ ਦੇ ਵਿੱਚ ਪੁੰਨ ਕਾਰਜ ਪ੍ਰਵਾਨ ਕੀਤੇ ਗਏ ਨੇ ਕਿ ਭਾਈ ਆ ਪੁੰਨ ਦਾ ਕੰਮ ਆ। ਤੇ ਲੱਖਾਂ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਤਪ ਵੀ ਕੀਤੇ ਤੀਰਥਾਂ ਤੇ ਜਾ ਕੇ, ਤੇ ਲੱਖਾਂ ਤਰ੍ਹਾਂ ਦੇ ਨਾਲ ਯੋਗ ਦੇ ਸਾਧਨਾਂ ਨੂੰ ਅਪਣਾ ਕੇ, ਤੇ ਜੰਗਲਾਂ ਦੇ ਵਿੱਚ ਜਾ ਕੇ ਕਈ ਕਈ ਸਾਲ ਜਿਹੜੀਆਂ ਉਹ ਸਮਾਧੀਆਂ ਵੀ ਧਾਰਨ ਕੀਤੀਆਂ। ਫਿਰ ਕਹਿੰਦੇ ਲੱਖ ਸੂਰ ਤਨ ਸੰਗਰਾਮ, ਰਣ ਮਹਿ ਛੁਟੇ ਪ੍ਰਾਣ। ਫਿਰ ਸੂਰਮਤਾ ਵਿਖਾ ਕੇ ਜੰਗਲ ਦੇ ਵਿੱਚ ਜਾ ਕੇ, ਸੰਗਰਾਮ ਦੇ ਵਿੱਚ ਜਾ ਕੇ, ਰਣ ਦੇ ਅੰਦਰ ਜਾ ਕੇ ਲੱਗੀ ਹੋਈ ਜੰਗ ਦੇ ਵਿੱਚ
ਸੂਰਮਤਾਈ ਦੇ ਕਾਰਜ ਕਰਤੱਵ ਵਿਖਾਉਣੇ ਤੇ ਨਾਲ ਹੀ ਆਪਣੀ ਜਿਹੜੇ ਉਹ ਪ੍ਰਾਣ ਆ ਉਹ ਦੁਸ਼ਮਣ ਦੀ ਸੈਨਾ ਦੇ ਸਾਹਮਣੇ ਉਹਨਾਂ ਦੇ ਵਾਰ ਸਹਿੰਦਿਆਂ ਤਿਆਗ ਦੇਣੇ, ਜਿਹਨੂੰ ਆਪਾਂ ਕਹਿ ਦਿੰਦੇ ਨੇ ਭਾਈ ਵੀਰਗਤੀ ਨੂੰ ਪ੍ਰਾਪਤ ਕਰ ਗਿਆ। ਕਹਿੰਦੇ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀ ਇਹ ਪਾਠ ਪੁਰਾਣ। ਫਿਰ ਹਜ਼ੂਰ ਕਹਿੰਦੇ ਲੱਖਾਂ ਤਰ੍ਹਾਂ ਦੀਆਂ ਸੁਰਤ ਨੂੰ ਉੱਚਾ ਚੁੱਕਣ ਦੇ ਕਾਰਜ ਕਰਨੇ, ਭਾਵ ਸਮਾਧੀਆਂ ਧਿਆਨ ਲਾਉਣੇ। ਫਿਰ ਲੱਖ ਤਰ੍ਹਾਂ ਦਾ ਗਿਆਨ ਦੇ ਵਿੱਚ ਧਿਆਨ ਜੋੜਨਾ ਤੇ ਪੁਰਾਣਾ ਦਾ ਕੁਰਾਨਾ ਦਾ ਜਾਂ ਹੋਰ ਧਾਰਮਿਕ ਗ੍ਰੰਥਾਂ ਦਾ ਪਾਠ ਆਦਿਕ ਕਰਨਾ। ਲੱਖਾਂ ਵਾਰ ਕਈ ਵਾਰ ਪਾਠ ਕਰੀ ਜਾਣਾ ਜੀਵਨ ਦੇ ਅੰਦਰ। ਹਜ਼ੂਰ ਕਹਿੰਦੇ ਇਹ ਸਾਰੇ ਕਾਰਜ ਪਿਛਲੀ ਪੰਕਤੀ ਦੇ, ਜੋ ਪਿਛਲੇ ਸ਼ਲੋਕ ਦੀ ਅਖੀਰਲੀ ਪੰਕਤੀ ਕਿ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ, ਉਸੇ ਦੀ ਵਿਚਾਰ ਪਾਤਸ਼ਾਹ ਜੀ ਅਗਲੇ ਸ਼ਲੋਕ ਵਿੱਚ ਜਿਹੜੀ ਉਹ ਯਾਤਰਾ ਸਾਡੀ ਚੱਲ ਰਹੀ ਹੈ ਨਾ ਜੀ, ਇਸ ਯਾਤਰਾ ਦੇ ਵਿੱਚ ਸਾਡਾ ਇਹ ਅਗਲਾ ਪੜਾਅ ਆ ਕਿ ਹਜ਼ੂਰ ਕਹਿੰਦੇ ਅਸਲ ਦੇ ਵਿੱਚ ਜੋ ਇਸ ਸ਼ਲੋਕ ਦੀ ਮੂਲ ਪੰਕਤੀ ਆ ਉਹ ਗੁਰੂ ਪਿਆਰਿਓ ਆ ਹੈ ਕਿ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਹਜ਼ੂਰ ਕਹਿੰਦੇ ਨਾਨਕ ਮਤੀ ਮਿਥਿਆ, ਮਤੀ ਤੋਂ ਭਾਵ ਸਾਡੀ ਜਿਹੜੀ ਸੋਚ ਹੈ, ਸਾਡੀ ਜਿਹੜੀ ਸਿਆਣਪ, ਸਾਡੀ ਚਤੁਰਾਈ, ਇਹ ਝੂਠੀ ਆ ਉਸ ਅਕਾਲ ਪੁਰਖ ਦੇ ਸਾਹਮਣੇ। ਇਹ ਵੀ ਇੱਕ ਚਤੁਰਾਈ ਹੈ ਕਿ ਮੈਂ ਇੰਨੇ ਤਰ੍ਹਾਂ ਦੀ ਸਿਆਣਪ ਦੇ ਨਾਲ ਇੰਨੇ ਤਰ੍ਹਾਂ ਦੀਆਂ ਚੰਗਿਆਈਆਂ ਕਰਾਂਗਾ ਤੇ ਫਿਰ ਅਸੀਂ ਦਾਅਵਾ ਕਰਦੇ ਹਾਂ ਭਾਈ ਮੈਂ ਚੰਗਿਆਈਆਂ ਕੀਤੀਆਂ, ਮੇਰੇ ਨਾਲ ਚੰਗਾ ਹੋਣਾ ਚਾਹੀਦਾ। ਸੰਸਾਰ ਦੇ ਵਿੱਚ ਪਿਆਰਿਓ ਲਗਭਗ 90% ਲੋਕਾਂ ਦਾ ਇਹ ਸਵਾਲ ਹੁੰਦਾ ਆ ਕਿ ਚੰਗਾ ਕਰਨ ਵਾਲੇ ਦੇ ਨਾਲ ਮਾੜਾ ਕਿਉਂ ਹੁੰਦਾ। ਇਦਾਂ ਹੀ ਹੁੰਦਾ ਨਾ ਜੀ ਪਿਆਰਿਓ, 90% ਲੋਕਾਂ ਦਾ ਇਹ ਸਵਾਲ ਹੁੰਦਾ ਆ ਕਿ ਚੰਗਾ ਕਰਨ ਵਾਲੇ ਦੇ ਨਾਲ ਮਾੜਾ ਕਿਉਂ ਹੁੰਦਾ। ਚੰਗਾ ਕਰਨ ਵਾਲੇ ਦੇ ਨਾਲ ਮਾੜਾ ਨਹੀਂ ਹੁੰਦਾ, ਉਹਦੇ ਮਨ ਦੇ ਵਿੱਚ ਇਹ ਇੱਛਾ ਆ ਕਿ ਮੈਂ ਚੰਗਾ ਕੀਤਾ ਆ। ਦੇਖੋ ਇਹ ਉਹਦੇ ਮਨ ਦੇ ਵਿੱਚ ਇੱਛਾ ਆ। ਹਜ਼ੂਰ ਕਹਿੰਦੇ ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਹੁਣ ਸਾਡੀ ਸੋਚ, ਸਾਡੀ ਸਿਆਣਪ ਇਹੋ ਹੀ ਗੱਲ ਕਵੇਗੀ ਨਾ ਕਿ ਮੈਂ ਤੇ ਕਈ ਤਰ੍ਹਾਂ ਦੀਆਂ ਚੰਗਿਆਈਆਂ ਕੀਤੀਆਂ, ਮੈਂ ਤੇ ਕਈ ਤਰ੍ਹਾਂ ਦੇ ਪੁੰਨ ਕੀਤੇ, ਫਿਰ ਵੀ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ। ਫਿਰ ਉੱਥੇ ਕੀ ਆ ਗਿਆ, ਹਉਮੈ ਆ ਗਈ ਕਿ ਮੈਂ ਇਹ ਕਾਰਜ ਕੀਤੇ ਆ ਤੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ। ਮੈਂ ਭਲਾ ਕੀਤਾ ਤੇ ਮੇਰੇ ਨਾਲ ਭਲਾ ਕਿਉਂ ਨਹੀਂ ਹੋ ਰਿਹਾ। ਹਜ਼ੂਰ ਤਾਂ ਬਚਨ ਕਰਦੇ ਆ, ਭਾਈ ਗੁਰਦਾਸ ਜੀ ਵੀ ਇਸ ਗੱਲ ਦੀ ਉਦਾਹਰਣ ਦਿੰਦੇ ਆ, ਕਹਿੰਦੇ ਆਪ ਭਲਾ ਸਭ ਜਗ ਭਲਾ। ਗੁਰਬਾਣੀ ਵਿੱਚ ਬਚਨ ਆਉਂਦਾ, ਪਾਤਸ਼ਾਹ ਜੀ ਕਹਿੰਦੇ ਸਾਰਾ ਕੁਛ ਹੀ ਭਲਾ ਹੀ ਹੋ ਰਿਹਾ ਸੰਸਾਰ ਦੇ ਉੱਤੇ, ਕੁਛ ਵੀ ਮਾੜਾ ਨਹੀਂ ਹੋ ਰਿਹਾ। बुरा नाही सब भला ही है रे एकै एकी नेता। कहंदे बुरा ते कुछ हो ही नहीं रहा संसार दे विच, सारा कुछ भला ही हो रहा, तेरी भलाई दे वास्ते होया जो कुछ भी होया। पर मनुख अपनी सियाणप दे नाल इहो ही गल सोचदा। देखो साडी बुद्ध प्यारियों बड़ी छोटी आ, तुश बुद्ध आ, ते तुश बुद्ध दे नाल असी ओना ही सोच सकदे आ कि भाई मैं दान पुण्य कीता ਤੇ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ, ਮੇਰੇ ਨਾਲ ਕੋਈ ਘਟਨਾ ਵਾਪਰ ਗਈ ਜਿਹੜੀ ਮੰਦਭਾਗੀ ਘਟਨਾ ਹੋ ਗਈ ਮੇਰੇ ਨਾਲ। ਪਰ ਹਜ਼ੂਰ ਕਹਿੰਦੇ ਉਹਦਾ ਨਤੀਜੇ ਤੱਕ ਦਾ ਇੰਤਜ਼ਾਰ ਕਰੋ, ਸੰਤੋਖ ਰੱਖੋ। ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ। ਉਹਨੂੰ ਪਤਾ ਹੈ ਸਾਡੇ ਬਾਰੇ, ਉਹ ਜਾਣਦਾ ਹੈ ਸਾਡੇ ਬਾਰੇ ਸਾਰਾ ਕੁਛ। ਉਹਨੂੰ ਪਤਾ ਹੈ ਕਿਸ ਨੇ ਕਿੰਨੀਆਂ ਚੰਗਿਆਈਆਂ ਕੀਤੀਆਂ, ਕਿਸ ਨੇ ਕਿੰਨੀਆਂ ਬੁਰਾਈਆਂ ਕੀਤੀਆਂ, ਤੇ ਉਹ ਇਹ ਵੀ ਜਾਣਦਾ ਹੈ ਕਿ ਕਿਨੇ ਜਿਹੜੀ ਉਹ ਬੁਰਾਈ ਕਰਦਿਆਂ ਵੀ ਅੰਦਰ ਦੀ ਜਿਹੜੀ ਮਨਸ਼ਾ, ਅੰਦਰ ਦੀ ਜਿਹੜੀ ਭਾਵਨਾ ਹੈ ਉਹ ਚੰਗੀ ਰੱਖੀ ਆ, ਤੇ ਕਿੰਨੇ ਉਹ ਨੇ ਸੰਸਾਰ ਦੇ ਅੰਦਰ ਜਿਹੜੇ ਚੰਗਿਆਈ ਕਰਦੇ ਹੋਏ ਵੀ ਅੰਦਰ ਦੀ ਭਾਵਨਾ, ਅੰਦਰ ਦੀ ਮਨਸ਼ਾ ਜਿਹੜੀ ਉਹ ਭੈੜੀ ਰੱਖ ਕੇ ਕਾਰਜ ਕਰ ਰਹੀ ਸੀ। ਉਹ ਸਾਡੇ ਅੰਦਰ ਦੀਆਂ ਵੀ ਜਾਣਦਾ ਹੈ। ਭਾਈ ਨੰਦ ਲਾਲ ਜੀ ਬਚਨ ਕਰਦੇ, ਕਹਿੰਦੇ ਮੁਰਸ਼ਦ ਕਾਮਲ ਇਲਾਜ ਦਿਲ ਕੁਨਦ। ਕਹਿੰਦੇ ਕਾਮਲ ਮੁਰਸ਼ਦ ਜਿਹੜਾ ਹੋਵੇ ਨਾ, ਜਿਹੜਾ ਪੂਰਾ ਮੁਰਸ਼ਦ ਹੋਵੇ, ਪੂਰਾ ਗੁਰੂ ਹੋਵੇ, ਉਹਦੀ ਇਹ ਜਿਹੜੀ ਉਹ ਵਿਚਾਰ ਹੁੰਦੀ ਆ ਜੀਵਨ ਦੀ, ਉਹਦਾ ਇਹ ਪ੍ਰਭਾਵ ਹੁੰਦਾ ਆ ਜੀਵਨ ਦਾ ਕਿ ਉਹ ਦਿਲ ਦੀਆਂ ਗੱਲਾਂ ਦਾ ਦਿਲ ਦੇ ਅੰਦਰ ਹੀ ਇਲਾਜ ਕਰ ਦਿੰਦਾ, ਭਾਵ ਉਹਨੂੰ ਕਹਿਣਾ ਨਹੀਂ ਪੈਂਦਾ। ਪਰ ਭਰੋਸਾ ਰੱਖ ਕੇ ਵੇਖੀਏ। ਖੈਰ ਇੱਕ ਵੱਖਰਾ ਵਿਸ਼ਾ ਹੈ। ਹਜ਼ੂਰ ਇੱਥੇ ਮੂਲ ਪੰਕਤੀ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਨਾਨਕ ਮਤੀ ਮਿਥਿਆ
ਕਰਮ ਸੱਚਾ ਨਿਸ਼ਾਨ। ਇੱਥੇ ਕਰਮ ਦੇ ਮੰਮੇ ਨੂੰ ਔਂਕੜ ਲੱਗਾ ਪਿਆਰਿਓ, ਜਿਹਦੇ ਤੋਂ ਭਾਵ ਆ ਬਖਸ਼ਿਸ਼। ਕਰਮ ਤੋਂ ਭਾਵ ਇੱਥੇ ਬਖਸ਼ਿਸ਼ ਆ ਕਿ ਅਕਾਲ ਪੁਰਖ ਦੀ ਬਖਸ਼ਿਸ਼ ਹੀ ਸੱਚਾ ਨਿਸ਼ਾਨ ਤੋਂ ਭਾਵ ਸੱਚੀ ਜਿਹੜੀ ਉਹ ਨਿਸ਼ਾਨੀ ਆ ਇਸ ਗੱਲ ਦੀ ਕਿ ਭਾਈ ਇਹਦੇ ਪ੍ਰਾਪਤੀ ਹੋ ਗਈ ਆ। ਹਜ਼ੂਰ ਕਹਿੰਦੇ ਲੱਖਾਂ ਤਰ੍ਹਾਂ ਦੇ ਪੁੰਨ ਕੀਤੇ ਆ ਸੰਸਾਰ ਦੇ ਅੰਦਰ, ਨੇਕੀਆਂ ਕੀਤੀਆਂ, ਚੰਗਿਆਈਆਂ ਕੀਤੀਆਂ, ਤਪ ਕੀਤੇ, ਯੋਗ ਸਾਧਨਾਵਾਂ ਕੀਤੀਆਂ, ਸੁਰਤ ਨੂੰ ਉੱਚਾ ਚੁੱਕਿਆ, ਜੰਗ ਦੇ ਵਿੱਚ ਜਾ ਕੇ ਸ਼ਹੀਦੀਆਂ ਦਿੱਤੀਆਂ, ਤਪ ਕੀਤੇ, ਗਿਆਨ ਧਿਆਨ ਪੜ੍ਹੇ, ਪਾਠ ਜਿਹੜੇ ਉਹ ਆਪਣੇ ਵੇਦਾਂ ਸ਼ਾਸਤਰਾਂ ਜਾਂ ਹੋਰ ਧਾਰਮਿਕ ਗ੍ਰੰਥਾਂ ਦੇ ਕੀਤੇ। ਹਜ਼ੂਰ ਕਹਿੰਦੇ ਨਹੀਂ, ਇਹ ਮਤਾ ਸੋਚਣਾ ਕਿ ਇਹ ਬੜੇ ਜਿਹੜੇ ਅਕਾਲ ਪੁਰਖ ਦੇ ਨਜ਼ਦੀਕ ਹੋਣਗੇ ਲੋਕ, ਕਹਿੰਦੇ ਇਸ ਤਰ੍ਹਾਂ ਨਹੀਂ ਹੋ ਸਕਦਾ। ਕਹਿੰਦੇ ਅਸਲ ਦੇ ਵਿੱਚ ਨਜ਼ਦੀਕ ਉਹੋ ਹੀ ਆ ਜਿਹਦੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਆ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਮਤੀ ਤੋਂ ਭਾਵ ਇੱਥੇ ਸਾਡੀ ਸੋਚ, ਸਾਡੀ ਸਿਆਣਪ। ਕਹਿੰਦੇ ਅਸੀਂ ਸੋਚ ਕੇ ਇਹੋ ਹੀ ਗੱਲ ਸੋਚ ਸਕਦੇ ਹਾਂ ਕਿ ਭਾਈ ਉਹਨੇ ਤਪ ਤੀਰਥ ਬੜੇ ਕੀਤੇ ਆ ਜਾਂ ਉਹਨੇ ਚੰਗਿਆਈਆਂ ਬੜੀਆਂ ਕੀਤੀਆਂ ਨੇ, ਉਹ ਵਾਹ ਭਲਾ ਬਹੁਤ ਚੰਗਾ ਇਨਸਾਨ ਆ ਜੱਗ ਤੇ। ਹਜ਼ੂਰ ਕਹਿੰਦੇ ਨਹੀਂ, ਸੰਸਾਰਕ ਤੌਰ ਤੇ ਸੰਸਾਰ ਜਿਹੜਾ ਮੰਨਦਾ ਉਹ ਚੰਗਾ ਮੰਨ ਸਕਦਾ ਆ ਉਹਨੂੰ, ਪਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਤਾਂ ਹੀ ਪ੍ਰਵਾਨ ਆ ਜੇ ਉਹਦੀ ਨਜ਼ਰ ਦੇ ਵਿੱਚ, ਉਹਦੀ ਨਜ਼ਰ ਦੇ ਵਿੱਚ ਆ ਜਾਵਾਂਗੇ। ਤੇ ਪਿਆਰਿਓ ਕਾਰਜ ਇੱਕੋ ਹੀ ਜੇ, ਉਹਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਵਾਸਤੇ। ਹੁਣ ਸਵਾਲ ਉੱਠਦਾ ਨਾ ਕਿ ਜੇ ਇਹਨਾਂ ਸਾਰੇ ਕਾਰਜਾਂ ਦੇ ਨਾਲ ਉਹਦੀ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ ਤੇ ਫਿਰ ਬਖਸ਼ਿਸ਼ ਪ੍ਰਾਪਤ ਕਿਵੇਂ ਹੁੰਦੀ ਆ? ਕੇਵਲ ਇੱਕੋ ਹੀ ਕਾਰਜ ਜੇ, ਜਿਹਨੂੰ ਪਾਤਸ਼ਾਹ ਜੀ ਨੇ ਨਾ ਪਿਛਲੀ ਸ਼ਲੋਕ ਦੀ ਪੰਕਤੀ ਦੇ ਅੰਦਰ ਅਖੀਰਲੀ ਪੰਕਤੀ ਜਿਹੜੀ ਆਪਾਂ ਨਾਲ ਲੈ ਕੇ ਚੱਲ ਰਹੇ ਉਹਦੇ ਵਿੱਚ ਆਖਿਆ, ਕਹਿੰਦੇ ਨਾਨਕ ਸੱਚੇ ਨਾਮ ਬਿਨ। ਆ ਸਮਝਿਓ ਇਸ ਪੰਕਤੀ ਨੂੰ। ਹਜ਼ੂਰ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਨਾ, ਤੇ ਉਹਦੀ ਬਖਸ਼ਿਸ਼, ਉਹਦਾ ਕਰਮ ਪ੍ਰਾਪਤ ਕਰਨ ਵਾਸਤੇ ਸਭ ਤੋਂ ਵੱਡਾ ਜਿਹੜਾ ਕਾਰਜ ਆ ਉਹ ਜੀਵਨ ਦਾ ਇਹੋ ਹੀ ਜੇ ਕਿ ਨਾਨਕ ਸੱਚੇ ਨਾਮ ਬਿਨ। ਸੱਚੇ ਨਾਮ ਤੋਂ ਬਿਨਾ ਕਿਆ ਟਿੱਕਾ ਕਿਆ ਤੱਗ। ਭਾਵ ਸੱਚਾ ਨਾਮ ਜਪਣਾ ਹੀ ਜੀਵਨ ਦੇ ਵਿੱਚ ਉਹਦੀ ਬਖਸ਼ਿਸ਼ ਪ੍ਰਾਪਤ ਕਰਨ ਦਾ ਸਭ ਤੋਂ ਜਿਹੜਾ ਲਾਜ਼ਮੀ ਸਾਧਨ ਆ। ਹੋਰ ਕਿਸੇ ਤਰੀਕੇ ਦੇ ਨਾਲ ਉਹਦੀ ਬਖਸ਼ਿਸ਼ ਦੇ ਪਾਤਰ ਨਹੀਂ, ਉਹਦੀ ਰਹਿਮਤ ਦੇ ਪਾਤਰ ਨਹੀਂ ਬਣਿਆ ਜਾ ਸਕਦਾ। ਕੇਵਲ ਜੀਵਨ ਦੇ ਅੰਦਰ ਨਾਮ ਜਪਣਾ ਹੀ ਉਹਦੀ ਬਖਸ਼ਿਸ਼ ਦੇ ਪਾਤਰ ਬਣਾਉਂਦਾ ਆ ਸਾਨੂੰ। ਹਜ਼ੂਰ ਜਿੱਥੇ ਕਿਤੇ ਵੀ ਬਾਣੀ ਦੇ ਵਿੱਚ ਇਹ ਗੱਲ ਕਰਦੇ ਆ ਨਾ, ਕਹਿੰਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਿਆਦੇ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੈ, ਮੈਂ ਦੀਜੈ ਬੁੱਧ ਵਿਵੇਕਾ। ਕਹਿੰਦੇ ਸਾਰੇ ਕਾਰਜ ਕਰਕੇ, ਪੰਚਮ ਗੁਰਦੇਵ ਜੀ ਕਹਿੰਦੇ ਸਾਰੇ ਕਾਰਜ ਕਰਕੇ ਤੇ ਮੈਂ ਹਾਰ ਕੇ ਸੁਆਮੀ ਦੇ ਦੁਆਰੇ ਤੇ ਡਿੱਗ ਪਿਆ ਕਿ ਹੁਣ ਮੈਨੂੰ ਬੁੱਧ ਵਿਵੇਕ ਦੋ, ਵਿਵੇਕ ਬੁੱਧ ਦੋ। ਬਿਬ ਏਕ ਬੁੱਧ ਭਾਵ ਇੱਕੋ ਬਿੰਬ ਹੋਵੇ, ਇੱਕੋ ਨਾਮ ਵਸਦਾ ਹੋਵੇ ਜੀਵਨ ਦੇ ਅੰਦਰ, ਐਸੀ ਬੁੱਧ ਦੋ ਮੇਰੇ ਮਨ ਦੇ ਅੰਦਰ। ਇੱਕੋ ਨਾਮ ਦੇ ਨਾਲ ਮੈਂ ਸਦਾ ਜੁੜਿਆ ਰਵਾਂ। ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਇੱਕੋ ਸ਼ਬਦ ਦੇ ਨਾਲ ਮੈਂ ਜੁੜ ਜਾਵਾਂ, ਤੇਰੇ ਨਾਮ ਦੀ ਬਰਕਤ ਦੇ ਨਾਲ ਮੈਂ ਜੁੜ ਜਾਵਾਂ ਤੇ ਤੇਰੀ ਬਖਸ਼ਿਸ਼ ਦਾ ਪਾਤਰ ਬਣ ਜਾਵਾਂ। ਕਿਉਂਕਿ ਜੀਵਨ ਦੇ ਅੰਦਰ ਸਾਰੇ ਕਾਰਜ ਕਰਨ ਤੋਂ ਬਾਅਦ ਵੀ ਹਜ਼ੂਰ ਕਹਿੰਦੇ ਕੇਵਲ ਤੇ ਕੇਵਲ ਜਿਹਨੇ ਨਾਮ ਜਪਿਆ ਨਾ ਉਹਦੇ ਉੱਤੇ ਬਖਸ਼ਿਸ਼ ਹੋਣੀ ਹੈ। ਕੱਲ ਕੇਵਲ ਨਾਮ ਆਧਾਰ। ਕਲਯੁਗ ਦੇ ਸਮੇਂ ਦੇ ਵਿੱਚ ਕੇਵਲ ਨਾਮ ਹੀ ਮਨੁੱਖ ਦਾ ਆਧਾਰ ਆ। ਤੇ ਇਸ ਕਰਕੇ ਇਹ ਗੱਲ ਕਹਿਣਾ ਕਰੀਏ ਕਿ ਭਾਈ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਗੁਰੂ ਤੋਂ ਕੁਰਬਾਨ ਜਾਓ ਜਿਹਨੇ ਇਹ ਵਡਿਆਈਆਂ ਕੀਤੀਆਂ ਸਾਡੇ ਉੱਪਰ, ਕਿ ਸਾਨੂੰ ਆਹ ਸਿੱਖਿਆ ਦਿੱਤੀ ਆ ਪਾਤਸ਼ਾਹ ਜੀ ਨੇ ਕਿ ਭਾਈ ਨਾਮ ਜਪਣਾ ਹੀ ਜੀਵਨ ਦੇ ਅੰਦਰ ਸਭ ਤੋਂ ਵੱਡਾ ਕਾਰਜ ਆ, ਜਿਹਦੇ ਨਾਲ ਅਕਾਲ ਪੁਰਖ ਦੀ ਬਖਸ਼ਿਸ਼ ਦੇ ਪਾਤਰ ਬਣਿਆ ਜਾ ਸਕਦਾ। ਉਹਦੀ ਯਾਦ ਨੂੰ ਸਿਮਰਨਾ, ਉਹਦੀ ਯਾਦ ਦੇ ਵਿੱਚ ਰਹਿਣਾ ਹੀ ਜੀਵਨ ਦੇ ਅੰਦਰ ਸਭ ਤੋਂ ਵੱਡੀ ਬਖਸ਼ਿਸ਼ ਆ। ਤੇ ਇਹਦੇ ਨਾਲ ਹੀ ਜੀਵਨ ਦੇ ਅੰਦਰ ਆਪਾਂ ਸੁਚੱਜੇ ਤੇ ਉਸ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਸਕਦੇ ਹਾਂ। ਹੁਣ ਪਿਆਰਿਓ ਜਪਜੀ ਸਾਹਿਬ ਦੀ ਵਿਚਾਰ ਆਪਾਂ ਕਰਦੇ ਪਏ ਹਾਂ, ਜਿੱਥੇ ਅਖੀਰਲਾ ਸ਼ਲੋਕ ਆਉਂਦਾ ਜਪਜੀ ਸਾਹਿਬ ਦਾ ਸਮਾਪਤੀ ਤੇ, ਹਜ਼ੂਰ ਨੇ ਉੱਥੇ ਕੋਈ ਹੋਰ ਗੱਲ ਨਹੀਂ ਲਿਖੀ ਕਿ ਭਾਈ ਤੀਰਥਾਂ ਤੇ ਜਾਣ ਵਾਲਾ ਜਿਹੜਾ ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦਾ।
ਨਾ ਉੱਥੇ ਲਿਖਿਆ ਕਿ ਭਾਈ ਚੰਗੇ ਕਾਰਜ ਕਰਨ ਵਾਲਾ ਉੱਥੇ ਪ੍ਰਵਾਨ ਹੁੰਦਾ। ਭਾਵੇਂ ਉਹ ਚੰਗਿਆਈਆਂ ਬੁਰਾਈਆਂ ਦੀ ਗੱਲ ਉੱਪਰ ਕੀਤੀ ਆ, ਪਰ ਹਜ਼ੂਰ ਨੇ ਫਿਰ ਦੋ ਪੰਕਤੀਆਂ ਦੇ ਵਿੱਚ ਇਹੋ ਗੱਲ ਆਖੀ, ਕਹਿੰਦੇ ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਗੱਲ ਉੱਥੇ ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਧਿਆਇਆ ਜੀਵਨ ਦੇ ਅੰਦਰ। ਹਜ਼ੂਰ ਪੰਚਮ ਗੁਰਦੇਵ ਜੀ ਨੇ ਤੀਜੀ ਅਸ਼ਟਪਦੀ ਆ ਜੀ ਜਿਹੜੀ ਸੁਖਮਨੀ ਸਾਹਿਬ ਦੀ, ਸੁਖਮਨੀ ਸਾਹਿਬ ਬਾਣੀ ਦੇ ਅੰਦਰ ਤੀਜੀ ਅਸ਼ਟਪਦੀ ਦੇ ਵਿੱਚ ਗੁਰਦੇਵ ਪਿਤਾ ਜੀ ਨੇ ਸਮੁੱਚੀ ਅਸ਼ਟਪਦੀ ਇਸੇ ਵਿਚਾਰ ਤੇ ਸਾਨੂੰ ਦੱਸੀ ਆ ਕਿ ਭਾਈ ਹੋਰ ਜਿੰਨੇ ਵੀ ਕਾਰਜ ਕਰ ਲਓ ਸਾਰੇ ਦੇ ਸਾਰੇ ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਭਗਤ ਸਹਿਬਾਨ ਦੀ ਬਾਣੀ ਦੇ ਵਿੱਚ ਬਚਨ ਆਉਂਦਾ, ਕਹਿੰਦੇ ਜਿੰਨੇ ਮਰਜ਼ੀ ਤਰ੍ਹਾਂ ਦੇ ਅਸਵਮੇਧ ਜੱਗ ਕਰ ਲਈਏ, ਆਪਣੇ ਬਰਾਬਰ ਸੋਨਾ ਹੀਰੇ ਮੋਤੀ ਦਾਨ ਕਰ ਦਈਏ, ਪਰ ਬਾਅਦ ਵਿੱਚ ਬਚਨ ਕਰਦੇ ਆ, ਕਹਿੰਦੇ ਰਾਮ ਨਾਮ ਸਰ ਤਉ ਨਾ ਪੂਜੈ। ਰਾਮ ਦੇ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੇ ਉਹ ਵਸਤਾਂ। ਭਗਤ ਫਰੀਦ ਜੀ ਕਹਿੰਦੇ ਆ, ਕਹਿੰਦੇ ਜੀਵਨ ਦੇ ਵਿੱਚ ਵੇਖੋ ਕਿੰਨੀਆਂ ਸਾਡੇ ਕੋਲ ਮਿੱਠੀਆਂ ਵਸਤਾਂ ਨੇ, ਪਰ ਅਕਾਲ ਪੁਰਖ ਦੇ ਨਾਮ ਤੋਂ ਮਿੱਠਾ ਜੀਵਨ ਦੇ ਵਿੱਚ ਹੋਰ ਕੋਈ ਵੀ ਵਸਤੂ ਨਹੀਂ। ਅੱਜ ਤੱਕ ਇੰਨਾ ਮਿੱਠਾ ਸੰਸਾਰ ਦੇ ਵਿੱਚ ਕਦੇ ਚਖਿਆ ਹੀ ਨਹੀਂ। ਭਗਤ ਫਰੀਦ ਜੀ ਦਾ ਜੀਵਨ ਆਪਾਂ ਜਾਣਦੇ ਆ, ਤੇ ਗੱਲ ਉਹਨਾਂ ਸ਼ੁਰੂ ਵੀ ਸ਼ੱਕਰ ਤੋਂ ਕੀਤੀ ਆ, ਤੇ ਜੀਵਨ ਦੇ ਵਿੱਚ ਉਹਨਾਂ ਨੂੰ ਨਾਮ ਜਿਹੜਾ ਆ ਨਾ ਪਿਆਰਿਓ, ਉਹ ਸ਼ੱਕਰਗੰਜ ਦਿੱਤਾ ਗਿਆ। ਉਹਦਾ ਕਾਰਨ ਇਹ ਹੈ ਕਿ ਜਦੋਂ ਭਗਤ ਫਰੀਦ ਜੀ ਨਮਾਜ਼ ਪੜ੍ਹਦੇ ਸਨ ਤੇ ਮਾਤਾ ਉਹਨਾਂ ਦੇ ਮਸੱਲੇ ਦੇ ਹੇਠਾਂ ਜਿਹੜੀ ਆ ਸ਼ੱਕਰ ਰੱਖ ਦਿੰਦੀ ਹੁੰਦੀ ਸੀ, ਤੇ ਮਾਤਾ ਨੇ ਕਹਿਣਾ ਤੂੰ ਨਮਾਜ਼ ਪੜ੍ਹੀ ਆ, ਵੇਖ ਖੁਦਾ ਨੇ ਤੈਨੂੰ ਸ਼ੱਕਰ ਦਿੱਤੀ ਆ। ਇੱਕ ਦਿਨ ਸ਼ੱਕਰ ਰੱਖਣੀ ਭੁੱਲ ਗਈ, ਤੇ ਨਮਾਜ਼ ਪੜ੍ਹਦਿਆਂ ਜਪਦਿਆਂ ਬਾਬਾ ਫਰੀਦ ਜੀ ਦੀ ਲਿਵ ਜਿਹੜੀ ਜੁੜ ਗਈ। ਲਿਵ ਪਹਿਲਾਂ ਵੀ ਜੁੜ ਜਾਂਦੀ ਸੀ, ਪਰ ਖਿਆਲ ਸ਼ੱਕਰ ਦਾ ਰਹਿੰਦਾ ਸੀ, ਤੇ ਅੱਜ ਨਿਰੋਲ ਜਿਹੜੀ ਉਹ ਲਿਵ ਜੁੜ ਗਈ ਆ। ਤੇ ਅੱਜ ਮਾਤਾ ਨੇ ਜਦੋਂ ਉੱਠ ਕੇ ਆਏ, ਮਾਤਾ ਨੇ ਇਸ ਗੱਲ ਦਾ ਜਿਹੜਾ ਪਛਤਾਵਾ ਕੀਤਾ ਕਿ ਅੱਜ ਮੈਂ ਸ਼ੱਕਰ ਰੱਖਣੀ ਭੁੱਲ ਗਈ। ਬਾਬਾ ਫਰੀਦ ਜੀ ਕਹਿੰਦੇ ਕਿਹੜੀ ਸ਼ੱਕਰ? ਕਹਿੰਦੇ ਅੱਜ ਤੇ ਕਿਸੇ ਸ਼ੱਕਰ ਦੀ ਲੋੜ ਹੀ ਨਹੀਂ। ਅੱਜ ਤੇ ਮੈਨੂੰ ਉਹ ਰਸ ਦਿੱਤਾ ਆ ਉਸ ਅਕਾਲ ਪੁਰਖ ਨੇ, ਉਸ ਖੁਦਾ ਨੇ, ਜਿਹੜਾ ਅੱਜ ਤੱਕ ਕਦੇ ਜੀਵਨ ਦੇ ਵਿੱਚ ਸ਼ੱਕਰਾਂ ਖਾ ਕੇ ਨਹੀਂ ਆਇਆ। ਫਿਰ ਬਚਨ ਕੀਤਾ, ਕਹਿੰਦੇ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਕਹਿੰਦੇ ਪਰ ਅਕਾਲ ਪੁਰਖ ਦੇ ਨਾਮ ਤੱਕ, ਉਹਦੇ ਨਾਮ ਦੀ ਮਿਠਾਸ ਤੱਕ ਇਹ ਵਸਤਾਂ ਕਦੇ ਵੀ ਨਹੀਂ ਪੁੱਜ ਸਕਦੀਆਂ। ਬਿਲਕੁਲ ਇਸੇ ਪ੍ਰਕਾਰ ਸਾਡੇ ਕੀਤੇ ਹੋਏ ਸਾਰੇ ਪੁੰਨ ਦੇ ਕਰਮ, ਸਾਰਾ ਕੁਛ ਜੀਵਨ ਦੇ ਅੰਦਰ। ਪਰ ਪਿਆਰਿਓ, ਇੱਥੇ ਦੁਬਿਧਾ ਦੇ ਵਿੱਚ ਰਹਿ ਕੇ ਤੇ ਇਹ ਗੱਲ ਨਾ ਸਮਝਿਓ ਕਿ ਕਾਰਜ ਕਰਨ ਦੀ ਲੋੜ ਨਹੀਂ। ਦਾਨ ਪੁੰਨ ਕਰਨਾ ਵੀ ਚਾਹੀਦਾ ਜੀਵਨ ਦੇ ਅੰਦਰ, ਚੰਗਿਆਈਆਂ ਵੀ ਕਰਨੀਆਂ ਚਾਹੀਦੀਆਂ ਨੇ, ਹੋਰ ਬੁਰਾਈਆਂ ਥੋੜਾ ਕਰਨੀਆਂ ਜੀਵਨ ਦੇ ਵਿੱਚ। ਚੰਗਿਆਈਆਂ ਵੀ ਕਰਨੀਆਂ ਚਾਹੀਦੀਆਂ, ਨੇਕੀਆਂ ਵੀ ਕਰਨੀਆਂ ਚਾਹੀਦੀਆਂ ਨੇ। ਜੰਗ ਦੇ ਵਿੱਚ ਸਾਡੇ ਕਿੰਨੇ ਸੂਰਮੇ ਸ਼ਹੀਦ ਹੋਏ ਨੇ, ਉਹ ਵੀ ਆਸਾ ਕੀ ਵਾਰ ਪੜ੍ਹਦੇ ਹੀ ਸਨ। ਪਰ ਇੱਥੇ ਵਿਚਾਰ ਗੁਰਦੇਵ ਜੀ ਨੇ ਇਹ ਦਿੱਤੀ ਆ ਕਿ ਭਾਈ ਆਪਣੀ ਮਤ ਦੇ ਵਿੱਚ ਆਪਣੇ ਆਪ ਨੂੰ ਸਿਆਣੇ ਸਮਝ ਕੇ ਇਹ ਨਾ ਵਿਚਾਰ ਕਰਿਓ ਜੀਵਨ ਦੇ ਅੰਦਰ ਕਿ ਭਾਈ ਇਹ ਸਾਰੇ ਕਾਰਜ ਮੈਂ ਕੀਤੇ ਆ। ਨਾਨਕ ਮਤੀ ਮਿੱਥਿਆ। ਜੇ ਮਤ ਦੇ ਵਿੱਚ ਇਹ ਗੱਲਾਂ ਬਣਾ ਕੇ ਬਹਿ ਗਏ ਤੇ ਫਿਰ ਇਹ ਮਿੱਥਿਆ, ਇਹ ਕੂੜ ਨੇ, ਤੇ ਇਹ ਸਾਰਾ ਕੁਝ ਜਿਹੜਾ ਕੀਤਾ ਹੋਇਆ ਦਾਨ ਪੁੰਨ ਆ, ਇਹ ਸਾਰਾ ਕੁਝ ਗਲ ਕੇ ਖਰਾਬ ਹੋ ਜਾਣਾ, ਸੜ ਕੇ ਸਵਾਹ ਹੋ ਜਾਣਾ। ਜਦੋਂ ਆਖ ਦਿੱਤਾ ਨਾ ਕਿ ਭਾਈ ਮੈਂ ਜਪ ਤਪ ਕੀਤਾ ਆ, ਉਦੋਂ ਇਹ ਸਾਰਾ ਕੁਝ ਸੜ ਕੇ ਸਵਾਹ ਹੋ ਜਾਣਾ। ਪਿਛਲੇ ਜਿਹੜੇ ਸ਼ਲੋਕ ਨੇ, ਜਿਹੜੀ ਪੌੜੀ ਆ, ਉਹ ਪਿਆਰਿਓ ਇਸੇ ਗੱਲ ਤੇ ਹਉਮੈ ਦਾ ਜਿਹੜਾ ਪ੍ਰਗਟਾਵਾ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਕਿਵੇਂ ਕਿਵੇਂ ਜੀਵ ਕਰਦਾ ਹੈ। ਹਜ਼ੂਰ ਇੱਥੇ ਇਹੋ ਗੱਲ ਸਮਝਾ ਰਹੇ ਨੇ ਕਿ ਭਾਈ ਕਰੋ, ਸਾਰੇ ਕਾਰਜ ਕਰਨੇ ਚਾਹੀਦੇ ਨੇ ਜੀਵਨ ਦੇ ਅੰਦਰ, ਚੰਗਿਆਈਆਂ ਹੋਣੀਆਂ ਚਾਹੀਦੀਆਂ। ਜੰਗਾਂ ਯੁੱਧਾਂ ਦੇ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਣਾ ਖੱਤਰੀ ਦਾ ਕੰਮ ਆ। ਛਤਰੀ ਪੁੱਤਰ ਹੋਣ ਦਾ ਇਹ ਕਾਰਜ ਆ ਸਭ ਤੋਂ ਪਹਿਲਾਂ। ਪਰ ਇਹ ਮਤਾ ਸਮਝਣਾ ਜੀਵਨ ਦੇ ਅੰਦਰ ਕਿ ਭਾਈ ਇਹਦੇ ਨਾਲ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਵੇਗੀ। ਕਹਿਣ ਦਾ ਭਾਵ ਇੱਥੇ ਇਹ ਹੈ ਕਿ ਅਸੀਂ ਦਾਵਾ ਨਹੀਂ ਕਰ ਸਕਦੇ। ਨਾਨਕ ਮਤੀ ਮਿੱਥਿਆ,
ਭਾਵ ਮਤ ਦੇ ਨਾਲ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਭਾਈ ਮੈਂ ਚੰਗਿਆਈਆਂ ਕੀਤੀਆਂ ਤੇ ਮੈਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਵੇਗੀ, ਜਾਂ ਮੈਂ ਚੰਗਾ ਕੀਤਾ ਤੇ ਮੇਰੇ ਨਾਲ ਚੰਗਾ ਹੀ ਹੋਵੇ। ਇਹ ਦਾਵਾ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਦਾਵਾ ਕਰ ਰਹੇ ਹਾਂ ਤੇ ਪਿਆਰਿਓ ਅਸੀਂ ਵਪਾਰ ਕਰ ਰਹੇ। ਮੈਂ ਪਹਿਲਾਂ ਬੇਨਤੀ ਕੀਤੀ ਆਪ ਜੀ ਦੇ ਚਰਨਾਂ ਵਿੱਚ ਕਿ 90% ਲੋਕਾਂ ਦਾ ਇਹ ਸਵਾਲ ਆ ਅੱਜ ਦੇ ਸਮੇਂ ਦੇ ਵਿੱਚ ਕਿ ਅਸੀਂ ਚੰਗਾ ਕਰਦੇ ਹਾਂ ਤੇ ਸਾਡੇ ਨਾਲ ਮਾੜਾ ਕਿਉਂ ਹੁੰਦਾ। ਇਹ ਕੋਈ ਵਪਾਰ ਥੋੜੇ ਆ ਕਿ ਭਾਈ ਮੈਂ ਜੇ ਵਸਤੂ ਦਿੱਤੀ ਆ ਤੇ ਮੈਨੂੰ ਵਸਤ ਵਾਪਸ ਮਿਲੇਗੀ। ਤੇ ਜੇ ਅਸੀਂ ਵਪਾਰ ਕਰ ਰਹੇ ਹਾਂ ਤੇ ਫਿਰ ਇਹ ਪਿਆਰਿਓ ਪਿਆਰ ਦਾ ਸੌਦਾ ਨਹੀਂ, ਕਿਉਂਕਿ ਇੱਥੇ ਵਪਾਰ ਨਹੀਂ ਚੱਲਦਾ। ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ। ਇੱਥੇ ਇਸ ਤਰ੍ਹਾਂ ਦਾ ਵਪਾਰ ਨਹੀਂ ਚੱਲਦਾ। ਇੱਥੇ ਤੇ ਹਜ਼ੂਰ ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਆ ਵਪਾਰ ਚੱਲਦਾ ਜੇ। ਇਸ ਲਈ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਭਾਈ ਮੈਂ ਆ ਚੰਗਿਆਈਆਂ ਕੀਤੀਆਂ। ਦਾਵਾ ਨਹੀਂ ਕਰ ਸਕਦੇ ਜੀਵਨ ਦੇ ਅੰਦਰ ਕਿ ਮੈਂ ਇੰਨੀਆਂ ਚੰਗਿਆਈਆਂ ਕੀਤੀਆਂ ਨੇ ਤੇ ਹੁਣ ਤੱਕ ਮੈਨੂੰ ਪ੍ਰਾਪਤੀ ਹੋ ਜਾਣੀ ਚਾਹੀਦੀ ਹੈ। ਇਸ ਲਈ ਹਜ਼ੂਰ ਨੇ ਬਚਨ ਕੀਤਾ, ਅਖੀਰਲੀਆਂ 2 ਪੰਕਤੀਆਂ ਕਹਿੰਦੇ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਅਕਾਲ ਪੁਰਖ ਦੀ ਬਖਸ਼ਿਸ਼ ਹੀ ਸਭ ਤੋਂ ਵੱਡੀ ਜੀਵਨ ਦੇ ਅੰਦਰ ਪ੍ਰਾਪਤੀ ਦੀ ਨਿਸ਼ਾਨੀ ਆ। ਪੌੜੀ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ, ਤਾਂ ਤਿਨੀ ਸੱਚ ਕਮਾਇਆ। ਹੁਣ ਪਾਤਸ਼ਾਹ ਜੀ ਪੌੜੀ ਦੇ ਵਿੱਚ ਬਚਨ ਕਰਦੇ ਇਹੋ ਹੀ ਅੱਗੇ ਤੋਰ ਰਹੇ ਨੇ ਵਿਚਾਰ ਨੂੰ। ਕਹਿੰਦੇ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ। ਇੱਕੋ ਇੱਕ ਸੱਚਾ ਮਾਲਕ ਆ ਸੰਸਾਰ ਦੇ ਅੰਦਰ। ਸਾਹਿਬ ਕਹਿੰਦੇ ਆ ਮਾਲਕ, ਜਿਨੇ ਸਾਰੇ ਸੰਸਾਰ ਦੇ ਵਿੱਚ ਸੱਚ ਹੀ ਸੱਚ ਵਰਤਾਇਆ ਵਾ। ਪਰ ਸਾਡੀ ਵੇਖਣ ਵਾਲੀ ਅੱਖ ਨਹੀਂ ਹੈ। ਬੁੱਲੇ ਸ਼ਾਹ ਨੇ ਇਹੋ ਆਖਿਆ ਨਾ, ਕਹਿੰਦਾ ਰੱਬ ਦੁਨੀਆ ਤੋਂ ਵੱਖ ਨਹੀਂ, ਤੇਰੀ ਦੇਖਣ ਵਾਲੀ ਅੱਖ ਨਹੀਂ। ਗੱਲ ਕੀ ਅੱਖਾਂ ਜਿਹੜੀਆਂ ਨਾ ਉਹਨਾਂ ਦੇ ਉੱਪਰ ਪਰਦੇ ਪਏ ਹੋਏ ਨੇ ਵਿਕਾਰਾਂ ਦੇ, ਤੇ ਸਾਨੂੰ ਮੋਹ ਦੇ ਪਰਦਿਆਂ ਦੇ ਕਾਰਨ ਆਪਣਾ ਪਰਿਵਾਰ ਤੇ ਨਜ਼ਰ ਆਉਂਦਾ ਆ, ਪਰ ਉਹਦੇ ਅੰਦਰ ਬੈਠਾ ਉਹ ਅਕਾਲ ਪੁਰਖ ਨਜ਼ਰ ਨਹੀਂ ਆਉਂਦਾ। ਹਜ਼ੂਰ ਕਹਿੰਦੇ ਸੱਚਾ ਸਾਹਿਬ ਏਕ ਤੂੰ, ਜਿਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹ ਤਿਸ ਮਿਲੈ ਸੱਚ। ਉਹੀ ਗੱਲ ਜਿਹੜੀ ਉੱਪਰ ਕੀਤੀ ਆ ਨਾ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਹੈ। ਜਿਹਦੇ ਤੇ ਬਖਸ਼ਿਸ਼ ਹੋ ਜਾਵੇ ਤੇ ਇਹ ਵੀ ਨਹੀਂ ਕਿਹਾ ਜਾ ਸਕਦਾ, ਇਹ ਵੀ ਦਾਵਾ ਨਹੀਂ ਕੀਤਾ ਜਾ ਸਕਦਾ ਕਿ ਭਾਈ ਉਹ ਬੜਾ ਸਿਆਣਾ, ਬੜਾ ਚੰਗਾ ਆ, ਬੜਾ ਚੰਗਿਆਈਆਂ ਕਰਦਾ, ਬੜਾ ਪੁੰਨ ਕਰਦਾ ਆ, ਉਹਦੇ ਤੇ ਬਖਸ਼ਿਸ਼ ਹੋਣੀ ਚਾਹੀਦੀ ਸੀ ਤੇ ਉਹਦੇ ਤੇ ਨਹੀਂ ਹੋਣੀ ਚਾਹੀਦੀ ਸੀ। ਇਹ ਵੀ ਨਹੀਂ ਆਖ ਸਕਦੇ ਅਸੀਂ। ਹਜ਼ੂਰ ਨੇ ਦੂਜੀ ਪੌੜੀ ਦੇ ਵਿੱਚ ਬਚਨ ਕੀਤਾ ਨਾ, ਆਪਾਂ ਵਿਚਾਰ ਕੀਤੀ ਆ। ਕਹਿੰਦੇ ਨਾਨਕ ਏਵ ਨਾ ਇਹ ਭੇ ਆਖ ਨਾ ਵਾਹਿਗੁਰੂ। ਕਹਿੰਦੇ ਏਵ ਭੇ ਆਖ ਨਾ ਜਾਪਈ, ਜੇ ਕਿਸੈ ਆਣਾ ਰਾਸ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਕਹਿੰਦੇ ਇਹ ਵੀ ਨਹੀਂ ਆਖਿਆ ਜਾ ਸਕਦਾ ਕਿ ਕਿਹਦੇ ਤੇ ਉਹਨੇ ਰਾਸ ਆ ਜਾਣਾ, ਭਾਵ ਕਿਹਦੇ ਤੇ ਉਹਨੇ ਬਖਸ਼ਿਸ਼ ਕਰ ਦੇਣੀ ਹੈ। ਹਜ਼ੂਰ ਕਹਿੰਦੇ ਜਿਸ ਤੂੰ ਦੇ, ਜਿਹਨੂੰ ਦੇਵੇ ਉਹ ਆਪ, ਤਿਸ ਮਿਲੈ ਸੱਚ। ਉਸੇ ਨੂੰ ਇਹ ਸੱਚੇ ਦੀ ਵਡਿਆਈ ਦੀ ਵਿਚਾਰ ਪ੍ਰਾਪਤ ਹੁੰਦੀ ਆ। ਤਾਂ ਤਿਨੀ ਸੱਚ ਕਮਾਇਆ। ਉਹੋ ਹੀ ਨਿਰੋਲ ਸੱਚ ਨੂੰ ਜੀਵਨ ਦੇ ਅੰਦਰ ਕਮਾਉਂਦੇ ਨੇ ਸਿਮਰਨ ਦੀ ਦਾਤ ਦੇ ਨਾਲ। ਸਤਿਗੁਰੂ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਸਾਹਿਬ ਕਹਿੰਦੇ ਸਤਿਗੁਰੂ ਨੂੰ ਮਿਲਣ ਦੇ ਨਾਲ ਸੱਚ ਦੀ ਪ੍ਰਾਪਤੀ ਹੋਈ ਆ, ਕਿਉਂਕਿ ਕੇਵਲ ਸੰਸਾਰ ਦੇ ਅੰਦਰ ਸਤਿਗੁਰੂ ਹੀ ਹੈ ਜਿਹੜਾ ਨਿਰੋਲ ਸੱਚ ਦੇ ਨਾਲ ਜੋੜ ਸਕਦਾ ਆ ਜੀ। ਜਿਹੜਾ ਆਪ ਜੀ ਦਾ ਨਾਮ ਸਤਿਗੁਰੂ ਹੈ, ਭਾਵ ਸੱਚਾ ਗੁਰੂ ਹੈ, ਜਿਹਦੇ ਵਿੱਚ ਰਾਈ ਮਾਤਰ ਵੀ ਝੂਠ ਜਿਹੜਾ ਉਹ ਰਲਿਆ ਨਹੀਂ ਹੈ, ਉਹ ਹੀ ਕੇਵਲ ਸਦੀਵੀ ਸੱਚ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਜੋੜ ਸਕਦਾ ਹੈ। ਬਾਕੀ ਸੰਸਾਰ ਤੇ ਜਿੰਨੇ ਵੀ ਅਧੂਰੇ ਜਾਂ ਝੂਠੇ ਜਾਂ ਦੰਬੀ ਜਾਂ ਪਖੰਡੀ ਗੁਰੂ ਬਣ ਕੇ ਬੈਠੇ ਨੇ, ਉਹਨਾਂ ਦੀ ਪਿਆਰਿਓ ਆਪਣੀਆਂ ਕਾਮਨਾਵਾਂ, ਆਪਣੀਆਂ ਵਾਸ਼ਨਾਵਾਂ ਹੀ ਜੀਵਨ ਦੀਆਂ ਨਹੀਂ ਮੁੱਕਦੀਆਂ। ਸਤਿਗੁਰੂ ਕੌਣ ਆ? ਪਾਤਸ਼ਾਹ ਜੀ ਕਹਿੰਦੇ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਜਿਨੇ ਆਪ ਸਤਿਪੁਰਖ ਨੂੰ ਜਾਣ ਲਿਆ ਹੋਵੇ, ਅਕਾਲ ਪੁਰਖ ਨੂੰ ਜਾਣ ਲਿਆ ਹੋਵੇ, ਉਹ ਹੀ ਕੇਵਲ ਸਤਿਗੁਰੂ ਹੋ ਸਕਦਾ ਆ। ਸਤਿਗੁਰੂ ਮਿਲਿਆ ਸੱਚ ਪਾਇਆ। ਫਿਰ ਸਤਿਗੁਰੂ ਨੂੰ ਮਿਲਣ ਦੇ ਨਾਲ ਸੱਚ ਦੀ ਪ੍ਰਾਪਤੀ ਹੁੰਦੀ। ਜਿਨ ਕੈ ਹਿਰਦੈ ਸੱਚ ਵਸਾਇਆ, ਫਿਰ ਉਹ ਹਿਰਦੇ ਦੇ ਅੰਦਰ ਸੱਚ ਨੂੰ ਵਸਾ ਦਿੰਦਾ ਆ। ਕੇਵਲ ਬਾਹਰੋਂ ਕੰਮਾਂ ਦੇ ਵਿੱਚ ਹੀ ਸੱਚ ਨਜ਼ਰ ਨਹੀਂ ਆਉਂਦਾ ਕਿ ਭਾਈ ਇਹਨੇ ਪੁੰਨ ਕੀਤਾ ਆ, ਇਹਨੇ ਦਾਨ ਕੀਤਾ, ਇਹਨੇ ਕਿਸੇ ਤੇ ਦਇਆ ਕੀਤੀ ਆ, ਇਹ ਤਪ ਕਰਦਾ ਆ, ਇਹ ਬਾਣੀ ਪੜ੍ਹਦਾ ਆ। ਕੇਵਲ ਬਾਹਰੋਂ ਸੱਚ ਨਹੀਂ ਨਜ਼ਰ ਆਉਂਦਾ,
ਹਜ਼ੂਰ ਕਹਿੰਦੇ ਜਿਨ ਕੈ ਹਿਰਦੈ ਸੱਚ ਵਸਾਇਆ। ਫਿਰ ਹਿਰਦਿਆਂ ਦੇ ਅੰਦਰ ਵੀ ਸੱਚ ਜਿਹੜਾ ਬੈਠਾ ਉਹ ਨਜ਼ਰ ਆ ਜਾਂਦਾ ਆ। ਪਰ ਇੱਥੇ ਬਚਨ ਕਰਦੇ ਗੁਰਦੇਵ ਜੀ, ਦੇਖੋ ਵਿਚਾਰ ਉਹ ਪਲਟ ਗਈ ਆ। ਕਹਿੰਦੇ ਮੂਰਖ ਸੱਚ ਨਾ ਜਾਣਨ। ਦੂਜਾ ਪਾਸਾ ਵੀ ਦੱਸ ਦਿੱਤਾ ਗੁਰਦੇਵ ਜੀ ਨੇ। ਕਹਿੰਦੇ ਜਿਹੜਾ ਤੇ ਗੁਰਮੁਖ ਹੋ ਗਿਆ, ਗੁਰੂ ਦੇ ਨਾਲ ਜੁੜ ਗਿਆ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ। ਜਿਹੜਾ ਤੇ ਇਹਨਾਂ ਬਖਸ਼ਿਸ਼ਾਂ ਤੇ ਤੁਰਨ ਲੱਗ ਪਿਆ ਉਹ ਤੇ ਗੁਰਮੁਖ ਹੋ ਗਿਆ। ਹੁਣ ਜਿਹੜਾ ਮੂਰਖ ਹੋ ਗਿਆ, ਜਿਹੜਾ ਆਪਣੇ ਮਨ ਦੇ ਮਗਰ ਲੱਗ ਕੇ ਮਨਮੁਖ ਬਣ ਗਿਆ, ਉਹਨੂੰ ਹਜ਼ੂਰ ਕਹਿੰਦੇ ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਆਪਣੇ ਮਨ ਦੇ ਮਗਰ ਲੱਗ ਕੇ ਮਨ ਦੇ ਉਪਦੇਸ਼ਾਂ ਨੂੰ ਸੁਣ ਕੇ ਤੇ ਆਪਣਾ ਸਾਰਾ ਜਨਮ ਗਵਾ ਲਿਆ, ਪਰ ਉਸਨੇ ਸਦੀਵੀ ਸੱਚ ਨੂੰ ਨਹੀਂ ਜਾਣਿਆ। ਸਭ ਤੋਂ ਵੱਡਾ ਮੂਰਖ ਸੰਸਾਰ ਦੇ ਵਿੱਚ ਗੁਰਦੇਵ ਜੀ ਨੇ ਉਸੇ ਨੂੰ ਆਖਿਆ ਵਾ ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਕਿ ਭਾਈ ਅਕਾਲ ਪੁਰਖ ਸਾਰਿਆਂ ਦੇ ਵਿੱਚ ਜੋਤ ਰੂਪ ਦੇ ਵਿੱਚ ਸਭਾਈਮਾਨ ਹੈ। ਪਾਤਸ਼ਾਹ ਜੀ ਬਚਨ ਕਰਦੇ ਆ ਨਾ, ਕਹਿੰਦੇ ਮੂਰਖਾਂ ਸਿਰ ਮੂਰਖ ਹੈ ਮੰਨੈ ਨਾਹੀ ਨਾਉ। ਜਿਹੜਾ ਅਕਾਲ ਪੁਰਖ ਦੇ ਨਾਮ ਨੂੰ ਨਹੀਂ ਮੰਨਦਾ, ਨਹੀਂ ਤੇ ਆਉਂਦਾ, ਕਹਿੰਦੇ ਉਹ ਮੂਰਖਾਂ ਸਿਰ ਮੂਰਖ ਹੈ। ਮੂਰਖਾਂ ਦਾ ਵੀ ਮੂਰਖ ਆ ਉਹ ਜੀਵਨ ਦੇ ਅੰਦਰ। ਮੂਰਖ ਬਾਣੀ ਨੇ ਉਸ ਨੂੰ ਆਖਿਆ ਵਾ ਜਿਹੜਾ ਅਕਾਲ ਪੁਰਖ ਦੀ ਹੋਂਦ ਤੋਂ ਮੁਨਕਰ ਹੋ ਰਿਹਾ ਜੀਵਨ ਦੇ ਅੰਦਰ, ਜਾਂ ਜਾਣਦਾ ਵੀ ਹੈ ਕਿ ਅਕਾਲ ਪੁਰਖ ਸਭਾਈਮਾਨ ਹੈ, ਪਰ ਫਿਰ ਵੀ ਉਸ ਦੀ ਯਾਦ ਦੇ ਅੰਦਰ ਨਹੀਂ ਜੁੜਦਾ, ਉਸ ਤੋਂ ਗਾਫਲ ਹੋਇਆ, ਉਸ ਤੋਂ ਬੇਹੋਸ਼ੀ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ। ਭਾਈ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਜੀ ਦੇ ਦੀਵਾਨ ਦੇ ਅੰਦਰ ਸਭਾਈਮਾਨ ਨੇ। 52 ਕਵੀਆਂ ਨੂੰ ਗੁਰਦੇਵ ਜੀ ਨੇ ਸਵਾਲ ਕੀਤਾ, ਕਹਿੰਦੇ ਕਿ ਸੰਸਾਰ ਦੇ ਵਿੱਚ ਮੂਰਖ ਕਿਹਨੂੰ ਮੰਨਾਂਗੇ ਆਪਾਂ। ਕਿਸੇ ਕਵੀ ਨੇ ਕੋਈ ਜਵਾਬ ਦਿੱਤਾ, ਕਿਸੇ ਨੇ ਕੋਈ ਜਵਾਬ ਦਿੱਤਾ। ਸਾਹਿਬਾਂ ਨੂੰ ਸੰਤੁਸ਼ਟੀ ਨਹੀਂ ਹੋਈ, ਪ੍ਰਸੰਨ ਨਹੀਂ ਹੋਏ ਸਾਹਿਬ ਗੱਲਾਂ ਸੁਣ ਕੇ। ਭਾਈ ਨੰਦ ਲਾਲ ਜੀ ਦਾ ਸਮਾਂ ਵਾਰੀ ਆਈ। ਭਾਈ ਨੰਦ ਲਾਲ ਜੀ ਨੇ ਬਚਨ ਕੀਤਾ। ਜ਼ਿੰਦਗੀ ਨਾਮਾ ਦੇ ਅੰਦਰ ਜੋ ਭਾਈ ਨੰਦ ਲਾਲ ਜੀ ਦੀ ਰਚਨਾ ਆ ਉਹਦੇ ਅੰਦਰ ਇਹ ਦਰਜ ਆ, ਬਚਨ ਲਿਖਿਆ, ਕਹਿੰਦੇ ਹਰ ਕਿਹ ਗਾਫਲ ਸੁਧ ਅਜੂ ਨਾਦਾ ਬਵਦ। ਕਹਿੰਦੇ ਹਰ ਕਿਹ ਗਾਫਲ, ਜਿਹੜਾ ਵੀ ਅਕਾਲ ਪੁਰਖ ਦੀ ਹੋਂਦ ਤੋਂ ਗਾਫਲ ਹੈ, ਮੁਨਕਰ ਹੈ, ਕਹਿੰਦੇ ਸ਼ੁੱਧ ਅਜੂ ਨਾਦਾਂ ਬਵਦ, ਉਹ ਨਾਦਾਨ ਆ, ਉਹ ਮੂਰਖ ਆ ਜੀਵਨ ਦੇ ਅੰਦਰ। ਫਿਰ ਕਹਿੰਦੇ ਕੋਈ ਪ੍ਰਭਾਵ ਨਹੀਂ ਪੈਂਦਾ ਗਰਗਦਾ ਬਾਸ਼ਦ ਵਗਰ ਸੁਲਤਾਨ ਬਵਦ। ਕਹਿੰਦੇ ਇਹਦਾ ਕੋਈ ਲੈਣ ਦੇਣ ਨਹੀਂ ਕਿ ਉਹ ਕਿਸੇ ਦੇਸ਼ ਦਾ, ਕਿਸੇ ਸਲਤਨਤ ਦਾ ਬਾਦਸ਼ਾਹ ਆ, ਤੇ ਭਾਵੇਂ ਉਹ ਸੜਕਾਂ ਤੇ ਤੁਰਿਆ ਫਿਰਨ ਵਾਲਾ ਭਿਖਾਰੀ ਆ, ਰਾਹਾਂ ਤੇ ਤੁਰਿਆ ਫਿਰਨ ਵਾਲਾ ਭਿਖਾਰੀ ਆ। ਭਾਵੇਂ ਬਾਦਸ਼ਾਹ ਵੀ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰੀ ਹੈ ਤੇ ਕਹਿੰਦੇ ਉਹ ਵੀ ਮੂਰਖ ਆ, ਉਹ ਵੀ ਨਾਦਾਨ ਆ। ਤੇ ਭਾਵੇਂ ਭਿਖਾਰੀ ਵੀ ਅਕਾਲ ਪੁਰਖ ਦੀ ਹੋਂਦ ਤੋਂ ਇਨਕਾਰੀ ਹੈ ਤੇ ਕਹਿੰਦੇ ਉਹ ਵੀ ਜਿਹੜਾ ਮੂਰਖ ਆ, ਨਾਦਾਨ ਆ ਜੀਵਨ ਦੇ ਅੰਦਰ। ਹਜ਼ੂਰ ਕਹਿੰਦੇ ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਭਾਈ ਉਹ ਆਪਣੇ ਆਪ ਨੂੰ ਪੁੱਛਣਾ ਕਰੇ ਕਿ ਵਿੱਚ ਦੁਨੀਆ ਕਾਹੇ ਆਇਆ, ਕਾਦੇ ਵਾਸਤੇ ਦੁਨੀਆ ਤੇ ਆਏ। ਕਿਉਂਕਿ ਫਰਕ ਵੇਖੋ, ਜੇ ਤੇ ਸਾਨੂੰ ਖਾਣ ਵਾਸਤੇ ਜਾਂ ਸੰਸਾਰ ਦੇ ਪਦਾਰਥ ਭੋਗਣ ਵਾਸਤੇ ਜਾਂ ਕੇਵਲ ਨੀਂਦ ਲੈਣ ਵਾਸਤੇ ਤੇ ਜਾਂ ਆਪਣਾ ਪਰਿਵਾਰ ਗ੍ਰਸਤ ਕਰਨ ਵਾਸਤੇ ਭੇਜਿਆ ਹੋਵੇ ਤੇ ਪਿਆਰਿਓ, ਆ ਸਾਰੇ ਕਾਰਜ ਜਿਹੜੇ ਆ ਨਾ ਉਹ ਜੰਗਲੀ ਜਾਨਵਰ ਵੀ ਕਰਦੇ ਆ, ਉਹ ਜੀਵ ਜੰਤ ਬਾਕੀ ਸਾਰੇ ਕਰਦੇ ਨੇ। ਜੇ ਮਨੁੱਖ ਬਣਾਇਆ ਹੈ ਤਾਂ ਹਜ਼ੂਰ ਕਹਿੰਦੇ ਆ ਨਾ, ਜੇ ਉਂਝ ਵੀ ਆਪਾਂ ਸਿਆਣੇ ਜਿਹੜੇ ਉਹ ਗੱਲ ਕਰਦੇ ਨੇ, ਬੰਦਾ ਹੈ ਤਾਂ ਬੰਦਗੀ ਕਰ, ਕਿ ਜੇ ਬੰਦਾ ਹੈ ਤਾਂ ਬੰਦਗੀ ਕਰ ਜੀਵਨ ਦੇ ਅੰਦਰ। ਭਾਈ ਨੰਦ ਲਾਲ ਜੀ ਪਹਿਲਾ ਬਚਨ ਕਰਦੇ ਆ, ਕਹਿੰਦੇ ਮੈਂ ਇਸ ਸੰਸਾਰ ਦੇ ਅੰਦਰ ਕੇਵਲ ਇਸੇ ਵਾਸਤੇ ਹੀ ਆਇਆ ਹਾਂ ਕਿ ਮੈਂ ਤੇਰੀ ਬੰਦਗੀ ਕਰ ਸਕਾਂ, ਨਹੀਂ ਤੇ ਮੇਰੇ ਮਨ ਦੇ ਵਿੱਚ ਸੰਸਾਰ ਤੇ ਆਉਣ ਦੀ ਕੋਈ ਹੋਰ ਇੱਛਾ ਨਹੀਂ ਸੀ। ਭਾਈ ਨੰਦ ਲਾਲ ਜੀ ਬਚਨ ਕਰਦੇ ਜ਼ਿੰਦਗੀ ਨਾਮੇ ਵਿੱਚ, ਕਹਿੰਦੇ ਹਵਾਏ ਬੰਦਗੀ ਆਵੁਰਦ ਦਰ ਵਜੂਦ ਮਾਰਾ। ਕਹਿੰਦੇ ਮੇਰੇ ਵਜੂਦ ਦਾ ਕਾਰਨ ਤੇਰੀ ਬੰਦਗੀ ਆ, ਤੇ ਜੇ ਮੈਂ ਜੀਵਨ ਦੇ ਅੰਦਰ ਤੇਰੀ ਬੰਦਗੀ ਨਹੀਂ ਕੀਤੀ ਤੇ ਮੇਰਾ ਜੀਵਨ ਵਿਅਰਥ ਆ। 12ਵਾਂ ਦੀ ਬਾਣੀ ਆਪਾਂ ਪੜ੍ਹਦੇ ਆ, ਪਾਤਸ਼ਾਹ ਜੀ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥਕੇ ਆਏ ਪ੍ਰਭ ਕੀ ਸਾਮ, ਧੇਨ ਦੁੱਧੈ ਤੇ ਬਾਹਰੀ। ਜਿਵੇਂ ਧੇਨ ਕਹਿੰਦੇ ਗਾਂ ਨੂੰ ਦੁੱਧ ਤੋਂ ਬਗੈਰ ਹੈ
ਜੇ ਗਾਂ ਦੁੱਧ ਨਾ ਦੇਵੇ ਤੇ ਉਹ ਕਿਸ ਕੰਮ ਦੀ। ਤੇ ਜੇ ਜਲ ਤੋਂ ਬਿਨਾ ਜਿਹੜੀ ਬਨਸਪਤੀ ਆ ਉਹ ਸੁੱਕ ਗਈ ਤੇ ਉਹ ਕਿਸ ਕੰਮ ਦੀ। ਕਹਿੰਦੇ ਇਸੇ ਪ੍ਰਕਾਰ ਮਨੁੱਖ ਦਾ ਜੀਵਨ ਕਿਸ ਕੰਮ ਦਾ ਜੇ ਜੀਵਨ ਦੇ ਅੰਦਰ ਬੰਦਗੀ ਨਾ ਕੀਤੀ, ਵਿੱਚ ਦੁਨੀਆ ਕਾਹੇ ਆਇਆ। ਸੋ ਗੁਰੂ ਪਿਆਰਿਓ, ਇਤਨੀਆਂ ਕੁ ਵਿਚਾਰਾਂ ਜਿਹੜੀਆਂ ਉਹ ਆਪਾਂ ਯਤਨ ਕਰੀਏ ਸਾਡੇ ਜੀਵਨ ਦੇ ਅੰਦਰ ਵਸ ਜਾਣ। ਤੁਸ਼ ਬੁੱਧ ਦੇ ਨਾਲ ਜਿਤਨੀ ਕੁ ਵੀ ਸਮਤ ਪਾਤਸ਼ਾਹ ਜੀ ਨੇ ਬਖਸ਼ੀ ਆ ਉਹ ਆਪਾਂ ਵਿਚਾਰ ਦੇ ਨਾਲ ਜੁੜਨ ਦਾ ਗੁਰੂ ਕਿਰਪਾ ਸਦਕਾ ਉਦਮ ਕੀਤਾ ਹੈ, ਕਿਉਂਕਿ ਸਾਡੇ ਵਿੱਚ ਇੰਨਾ ਬਲ ਇੰਨੀ ਤਾਕਤ ਨਹੀਂ ਤੇ ਨਾ ਹੀ ਅਸੀਂ ਇਹ ਦਾਵਾ ਕਰ ਸਕਦੇ ਹਾਂ ਪਿਆਰਿਓ ਕਿ ਆਪਾਂ ਵਿਚਾਰ ਕਰ ਲਈ ਆ। ਜਿਤਨੀ ਕੁ ਪਾਤਸ਼ਾਹ ਜੀ ਨੇ ਸਮਾਂ ਤੇ ਸੋਝੀ ਬਖਸ਼ੀ ਉਨੀ ਕੁ ਵਿਚਾਰ ਦੇ ਨਾਲ ਜੁੜਨ ਦੇ ਯਤਨ ਜੋ ਗੁਰੂ ਕਿਰਪਾ ਸਦਕਾ ਹੋਏ ਨੇ। ਸਾਹਿਬ ਜੀ ਕਿਰਪਾ ਕਰਨ ਸਾਡੇ ਜੀਵਨ ਦੇ ਅੰਦਰ ਵਸ ਜਾਣ ਤੇ ਜੀਵਨ ਦੇ ਅੰਦਰ ਸਾਰੇ ਕਾਰਜ ਕਰਦੇ। ਇਹ ਮਤਾ ਸਮਝਣਾ ਕਿ ਚੰਗਿਆਈਆਂ ਜਾਂ ਪੁੰਨ ਕਰਨ ਦੀ ਲੋੜ ਨਹੀਂ ਹੈ। ਹਜ਼ੂਰ ਨੇ ਇਹ ਨਹੀਂ ਆਖਿਆ। ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਪਦਿਆਂ ਜੇ ਇਹ ਸਾਰੇ ਕਾਰਜ ਕਰੋ ਤੇ ਤਾਂ ਸਫਲੇ ਹੋਣਗੇ। ਕੇਵਲ ਉਂਝ ਕੀਤਿਆਂ ਸਾਡੇ ਮਨ ਦੇ ਵਿੱਚ ਕੇਵਲ ਇਹੋ ਗੱਲ ਹੀ ਬਣ ਜਾਵੇਗੀ ਕਿ ਭਾਈ ਮੈਂ ਚੰਗਿਆਈਆਂ ਕੀਤੀਆਂ, ਮੈਂ ਦਾਨ ਕੀਤੇ ਆ। ਹਜ਼ੂਰ ਕਹਿੰਦੇ ਚੇਤੇ ਰੱਖੋ ਕਿ ਸਾਰੀ ਬਖਸ਼ਿਸ਼ ਜਿਹੜੀ ਉਹ ਅਕਾਲ ਪੁਰਖ ਦੀ ਆ ਤੇ ਤਾਂ ਹੀ ਉਹਦੀ ਬਖਸ਼ਿਸ਼ ਦੇ ਪਾਤਰ ਬਣਿਆ ਜਾ ਸਕਦਾ ਵਾ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਨਾ ਚਿਤਾਰਨੀਆਂ। ਦਿਓ ਅਸੀਸ, ਬਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।